ਸਤਿ ਸ੍ਰੀ ਅਕਾਲ। ਤਾਂ ਇਟਲੀ ਅਗਲੇ 3 ਸਾਲਾਂ ਲਈ ਗੈਰ ਯੂਰੋਪੀਅਨ ਕਾਮਿਆਂ ਵਾਸਤੇ ਆਪਣੇ ਦਰਵਾਜ਼ੇ ਖੋਲ੍ਹ ਰਿਹਾ ਹੈ। ਪਰ ਇਹ ਸਭ ਕੁਝ ਹੋਵੇਗਾ ਕਿਵੇਂ? ਆਓ ਅੱਜ ਸਰਕਾਰੀ ਹੁਕਮਾਂ ਦੇ ਆਧਾਰ ਤੇ ਇਸ ਪੂਰੇ ਪਲਾਨ ਨੂੰ ਡੂੰਘਾਈ ਨਾਲ ਸਮਝਦੇ ਹਾਂ। ਚਲੋ ਸਿੱਧਾ ਗੱਲ ਤੇ ਆਉਣੇ ਆ। ਇੱਕ ਨੰਬਰ ਨਾਲ ਸ਼ੁਰੂ ਕਰਦੇ ਹਾਂ। 2026 ਲਈ ਇਹ ਨੰਬਰ ਯਾਦ ਰੱਖੋ, 1,64,850। ਦੇਖੋ, ਇਹ ਸਿਰਫ ਇੱਕ ਅੰਕੜਾ ਨਹੀਂ ਹੈ, ਇਹ ਇਟਲੀ ਵਿੱਚ ਕੰਮ ਕਰਨ ਦੇ ਮੌਕਿਆਂ ਦੀ ਇੱਕ ਬਹੁਤ ਵੱਡੀ ਗਿਣਤੀ ਹੈ। ਇਸ ਤੋਂ ਹੀ ਇਸ ਯੋਜਨਾ ਦੇ ਪੈਮਾਨੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਤਾਂ ਇਸ ਪੂਰੀ ਪ੍ਰਕਿਰਿਆ ਨੂੰ ਚੰਗੀ ਤਰ੍ਹਾਂ ਸਮਝਣ ਲਈ ਅਸੀਂ ਇਸ ਨੂੰ ਕੁਝ ਹਿੱਸਿਆਂ ਵਿੱਚ ਵੰਡ ਕੇ ਦੇਖਾਂਗੇ। ਪਹਿਲਾਂ 3 ਸਾਲਾ ਯੋਜਨਾ ਦੀ ਗੱਲ ਕਰਾਂਗੇ, ਫਿਰ ਕੋਟੇ ਦੇ ਅੰਕੜਿਆਂ ਨੂੰ ਦੇਖਾਂਗੇ। ਉਸ ਤੋਂ ਬਾਅਦ ਮਾਲਕਾਂ ਲਈ ਕੀ ਨਿਯਮ ਹਨ, ਅਪਲਾਈ ਕਿਵੇਂ ਕਰਨਾ ਹੈ ਅਤੇ ਸਭ ਤੋਂ ਜ਼ਰੂਰੀ ਕਿਹੜੀਆਂ ਤਾਰੀਖਾਂ ਯਾਦ ਰੱਖਣੀਆਂ ਨੇ। ਸਭ ਤੋਂ ਪਹਿਲੀ ਗੱਲ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਕੋਈ 1-2 ਦਿਨ ਦੀ ਗੱਲ ਨਹੀਂ ਹੈ। ਇਹ ਇੱਕ ਬਹੁਤ ਸੋਚੀ ਸਮਝੀ ਲੰਬੇ ਸਮੇਂ ਦੀ ਯੋਜਨਾ ਹੈ, ਜਿਹੜੀ ਖਾਸ ਤੌਰ ਤੇ ਇਟਲੀ ਦੇ ਲੇਬਰ ਮਾਰਕੀਟ ਦੀਆਂ ਅਸਲ ਲੋੜਾਂ ਨੂੰ ਪੂਰਾ ਕਰਨ ਲਈ ਬਣਾਈ ਗਈ ਹੈ। ਮਤਲਬ ਅਸਲ 'ਚ ਇਸ ਦਾ ਮਕਸਦ ਕੀ ਹੈ? ਸਿੱਧੇ ਸ਼ਬਦਾਂ 'ਚ ਕਹੀਏ ਤਾਂ ਇਹ ਅਗਲੇ 3 ਸਾਲਾਂ ਲਈ ਕਾਮਿਆਂ ਦੇ ਕਾਨੂੰਨੀ ਦਾਖਲੇ ਨੂੰ ਇੱਕ ਸਿਸਟਮ ਵਿੱਚ ਲਿਆਉਣ ਦੀ ਕੋਸ਼ਿਸ਼ ਹੈ, ਤਾਂ ਜੋ ਦੇਸ਼ ਦੀ ਆਰਥਿਕਤਾ ਨੂੰ ਜਿੱਥੇ-ਜਿੱਥੇ ਕਾਮਿਆਂ ਦੀ ਲੋੜ ਹੈ ਉਹ ਪੂਰੀ ਹੋ ਸਕੇ। ਠੀਕ ਹੈ, ਹੁਣ ਆਉਂਦੇ ਹਾਂ ਨੰਬਰਾਂ ਤੇ। ਇਹ ਕੋਟਾ ਵੰਡਿਆ ਕਿਵੇਂ ਗਿਆ ਹੈ ਅਤੇ ਕਿਹੜੇ-ਕਿਹੜੇ ਸੈਕਟਰਾਂ ਤੇ ਸਭ ਤੋਂ ਵੱਧ ਧਿਆਨ ਦਿੱਤਾ ਜਾ ਰਿਹਾ ਹੈ। ਚਲੋ ਦੇਖੀਏ। ਜੇ ਤੁਸੀਂ 2026 ਦੀ ਵੰਡ ਦੇਖੋ ਤਾਂ ਤਸਵੀਰ ਬਿਲਕੁਲ ਸਾਫ਼ ਹੋ ਜਾਂਦੀ ਹੈ। ਦੇਖੋ, ਮੌਸਮੀ ਕੰਮਾਂ ਜਿਵੇਂ ਕਿ ਖੇਤੀਬਾੜੀ ਜਾਂ ਟੂਰਿਜ਼ਮ ਲਈ ਸਭ ਤੋਂ ਵੱਧ 88,000 ਥਾਵਾਂ ਰੱਖੀਆਂ ਗਈਆਂ ਨੇ, ਪਰ ਨਾਲ ਹੀ ਲੰਬੇ ਸਮੇਂ ਦੇ ਕੰਮਾਂ ਲਈ ਵੀ 76,000 ਤੋਂ ਵੱਧ ਥਾਵਾਂ ਨੇ। ਇਹ ਸਾਫ਼-ਸਾਫ਼ ਦੱਸਦਾ ਹੈ ਕਿ ਇਟਲੀ ਨੂੰ ਦੋਵਾਂ ਤਰ੍ਹਾਂ ਦੇ ਕਾਮਿਆਂ ਦੀ ਕਿੰਨੀ ਜ਼ਿਆਦਾ ਲੋੜ ਹੈ। ਇੱਥੇ ਇੱਕ ਬਹੁਤ ਹੀ ਦਿਲਚਸਪ ਗੱਲ ਦੇਖਣ ਨੂੰ ਮਿਲਦੀ ਹੈ। ਕੁੱਲ ਕੋਟਾ ਹਰ ਸਾਲ ਥੋੜਾ-ਥੋੜਾ ਵਧ ਰਿਹਾ ਹੈ। ਇਹ ਕੋਈ ਇਤਫਾਕ ਨਹੀਂ ਹੈ। ਇਹ ਦਿਖਾਉਂਦਾ ਹੈ ਕਿ ਸਰਕਾਰ ਇਹ ਮੰਨ ਕੇ ਚੱਲ ਰਹੀ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਕਾਮਿਆਂ ਦੀ ਲੋੜ ਹੋਰ ਵਧੇਗੀ ਅਤੇ ਉਹ ਇਸ ਲਈ ਪਹਿਲਾਂ ਤੋਂ ਹੀ ਤਿਆਰੀ ਕਰ ਰਹੇ ਨੇ। ਹੁਣ ਆਓ ਇਸ ਵਿੱਚੋਂ ਇੱਕ ਵੱਡੀ ਕੈਟੇਗਰੀ ਤੇ ਫੋਕਸ ਕਰੀਏ, ਗੈਰ ਮੌਸਮੀ ਕੰਮ। ਇਹ ਬਹੁਤ ਵੱਡੀ ਸ਼੍ਰੇਣੀ ਹੈ, ਇਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਇਸ ਦੇ ਅੰਦਰ ਕਿਹੜੇ-ਕਿਹੜੇ ਮੌਕੇ ਹਨ। ਇੱਥੇ ਨਾ 2 ਗੱਲਾਂ ਤੇ ਖਾਸ ਧਿਆਨ ਦੇਣ ਦੀ ਲੋੜ ਹੈ। ਪਹਿਲੀ, 25,000 ਥਾਵਾਂ ਸਿਰਫ ਉਹਨਾਂ ਦੇਸ਼ਾਂ ਦੇ ਨਾਗਰਿਕਾਂ ਲਈ ਰੱਖੀਆਂ ਗਈਆਂ ਹਨ ਜਿਨ੍ਹਾਂ ਨਾਲ ਇਟਲੀ ਦੇ ਖਾਸ ਸਮਝੌਤੇ ਹਨ, ਤੇ ਦੂਜੀ, ਘਰੇਲੂ ਅਤੇ ਪਰਿਵਾਰਕ ਸਹਾਇਤਾ ਲਈ ਇੱਕ ਵੱਖਰਾ ਕੋਟਾ ਹੈ ਜੋ ਸਿੱਧਾ-ਸਿੱਧਾ ਦੱਸਦਾ ਹੈ ਕਿ ਇਸ ਖੇਤਰ ਵਿੱਚ ਕਾਮਿਆਂ ਦੀ ਕਿੰਨੀ ਜ਼ਿਆਦਾ ਮੰਗ ਹੈ। ਅੱਛਾ, ਹੁਣ ਗੱਲ ਕਰਦੇ ਹਾਂ ਮਾਲਕਾਂ ਦੀ। ਜੇ ਕਿਸੇ ਨੇ ਇਟਲੀ ਵਿੱਚ ਕਿਸੇ ਨੂੰ ਬਾਹਰੋਂ ਬੁਲਾਉਣਾ ਹੈ ਤਾਂ ਉਹਨਾਂ ਲਈ ਕੀ-ਕੀ ਨਿਯਮ ਹਨ, ਆਓ ਇਸ ਤੇ ਇੱਕ ਨਜ਼ਰ ਮਾਰੀਏ। ਦੇਖੋ, ਇਹ ਇੰਨਾ ਸਿੱਧਾ ਨਹੀਂ ਹੈ ਕਿ ਬਸ ਅਰਜ਼ੀ ਦੇ ਦਿੱਤੀ ਤੇ ਕੰਮ ਹੋ ਗਿਆ। ਪਹਿਲਾਂ ਤਾਂ ਮਾਲਕਾਂ ਨੂੰ ਇਹ ਸਾਬਿਤ ਕਰਨਾ ਪੈਂਦਾ ਹੈ ਕਿ ਉਸ ਕੰਮ ਲਈ ਇਟਲੀ ਵਿੱਚ ਕੋਈ ਕਾਮਾ ਨਹੀਂ ਮਿਲ ਰਿਹਾ। ਇਸ ਤੋਂ ਇਲਾਵਾ ਉਹਨਾਂ ਨੂੰ ਕਈ ਕਾਨੂੰਨੀ ਅਤੇ ਵਿੱਤੀ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਨੇ, ਯਾਨੀ ਕਿ ਬਿਨਾਂ ਪੂਰੀ ਤਿਆਰੀ ਦੇ ਅੱਗੇ ਵਧਣਾ ਲਗਭਗ ਅਸੰਭਵ ਹੈ। ਹੁਣ ਇਹ ਸ਼ਬਦ ਐਸੇਵਰੇਜ਼ੀਓਨੇ ਸੁਣਨ 'ਚ ਥੋੜਾ ਔਖਾ ਲੱਗ ਸਕਦਾ ਹੈ, ਪਰ ਇਸ ਦਾ ਮਤਲਬ ਬਹੁਤ ਸਿੱਧਾ ਹੈ। ਇਹ ਅਸਲ ਵਿੱਚ ਇੱਕ ਸਰਟੀਫਿਕੇਟ ਹੈ ਜੋ ਇਹ ਸਾਬਿਤ ਕਰਦਾ ਹੈ ਕਿ ਜੋ ਨੌਕਰੀ ਦਿੱਤੀ ਜਾ ਰਹੀ ਹੈ ਉਹ ਪੂਰੀ ਤਰ੍ਹਾਂ ਕਾਨੂੰਨੀ ਹੈ ਅਤੇ ਸਾਰੇ ਨਿਯਮਾਂ ਦੀ ਪਾਲਣਾ ਕਰਦੀ ਹੈ। ਇਹ ਪੂਰੀ ਪ੍ਰਕਿਰਿਆ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੈ। ਇੱਥੇ ਦੇਖੋ, ਵਿੱਤੀ ਸ਼ਰਤਾਂ 'ਚ ਕਿੰਨਾ ਫਰਕ ਹੈ। ਜਿੱਥੇ ਇੱਕ ਕੰਪਨੀ ਨੂੰ ਘੱਟੋ-ਘੱਟ 30,000 ਯੂਰੋ ਦੀ ਆਮਦਨ ਦਿਖਾਉਣੀ ਪੈਂਦੀ ਹੈ, ਉੱਥੇ ਪਰਿਵਾਰਿਕ ਸਹਾਇਤਾ ਲਈ ਇਹ ਸ਼ਰਤਾਂ ਕਾਫੀ ਨਰਮ ਹਨ। ਇਹ ਦਰਸਾਉਂਦਾ ਹੈ ਕਿ ਸਰਕਾਰ ਘਰੇਲੂ ਕਾਮਿਆਂ ਦੀ ਭਰਤੀ ਨੂੰ ਸੌਖਾ ਬਣਾਉਣਾ ਚਾਹੁੰਦੀ ਹੈ। ਠੀਕ ਹੈ ਜੀ, ਸਾਰੀਆਂ ਸ਼ਰਤਾਂ ਪੂਰੀਆਂ ਹੋ ਗਈਆਂ। ਹੁਣ ਅਸਲ ਕੰਮ, ਯਾਨੀ ਕਿ ਅਪਲਾਈ ਕਿਵੇਂ ਕਰਨਾ ਹੈ। ਇਹ ਪ੍ਰਕਿਰਿਆ ਕੰਮ ਕਿਵੇਂ ਕਰਦੀ ਹੈ, ਆਓ ਇਸ ਦੇ ਸਾਰੇ ਸਟੈਪਸ ਦੇਖੀਏ। ਇਹ ਜੋ ਸ਼ਬਦ ਹੈ ਨਾ, ਕਲਿੱਕ ਡੇ, ਇਹ ਇਸ ਸਾਰੀ ਪ੍ਰਕਿਰਿਆ ਦਾ ਸਭ ਤੋਂ ਜ਼ਰੂਰੀ, ਸਭ ਤੋਂ ਜ਼ਿਆਦਾ ਟੈਨਸ਼ਨ ਵਾਲਾ ਦਿਨ ਹੈ। ਇਹ ਇੱਕ ਆਨਲਾਈਨ ਦੌੜ ਵਾਂਗ ਹੈ। ਕੋਟਾ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ ਮਿਲਦਾ ਹੈ। ਇਸ ਦਾ ਮਤਲਬ ਜਿਸਨੇ ਸਭ ਤੋਂ ਪਹਿਲਾਂ ਸਹੀ ਅਰਜ਼ੀ ਜਮ੍ਹਾਂ ਕਰ ਦਿੱਤੀ ਉਸ ਨੂੰ ਮੌਕਾ ਮਿਲ ਜਾਵੇਗਾ। ਇੱਥੇ ਸਪੀਡ ਹੀ ਸਭ ਕੁਝ ਹੈ। ਤਾਂ ਫਿਰ ਇਹ ਪੂਰਾ ਸਫ਼ਰ ਹੈ ਕਿਹੋ ਜਿਹਾ? ਇਹ ਸ਼ੁਰੂ ਹੁੰਦਾ ਹੈ ਇਟਲੀ ਵਿੱਚ ਕਾਮੇ ਦੀ ਭਾਲ ਤੋਂ, ਫਿਰ ਸਾਰੇ ਦਸਤਾਵੇਜ਼ ਇਕੱਠੇ ਕਰਨੇ, ਆਨਲਾਈਨ ਅਰਜ਼ੀ ਤਿਆਰ ਕਰਨੀ, ਕਲਿੱਕ ਡੇ ਤੇ ਜਮ੍ਹਾਂ ਕਰਨਾ ਅਤੇ ਫਿਰ ਨੁੱਲਾ ਉਸਤਾ ਯਾਨੀ ਸਰਕਾਰੀ ਇਜਾਜ਼ਤ ਮਿਲਣ ਤੋਂ ਬਾਅਦ ਵੀਜ਼ਾ ਲਈ ਅਪਲਾਈ ਕਰਨਾ। ਹਰ ਕਦਮ ਦੂਜੇ ਤੇ ਨਿਰਭਰ ਕਰਦਾ ਹੈ। ਤੇ ਹੁਣ ਆਉਂਦੀ ਹੈ ਸਭ ਤੋਂ ਜ਼ਰੂਰੀ ਜਾਣਕਾਰੀ, ਤਾਰੀਖਾਂ। ਜੇ ਕੋਈ 2026 ਲਈ ਸੋਚ ਰਿਹਾ ਹੈ ਤਾਂ ਇਹ ਤਾਰੀਖਾਂ ਤਾਂ ਕੈਲੰਡਰ ਤੇ ਪੱਕੀਆਂ ਲਿਖ ਲੈਣੀਆਂ ਚਾਹੀਦੀਆਂ ਨੇ। ਇਹ ਟਾਈਮਲਾਈਨ ਬਹੁਤ ਜ਼ਰੂਰੀ ਹੈ। ਧਿਆਨ ਨਾਲ ਦੇਖੋ, 23 ਅਕਤੂਬਰ ਤੋਂ ਅਰਜ਼ੀਆਂ ਨੂੰ ਪਹਿਲਾਂ ਤੋਂ ਭਰਨ ਦਾ ਮੌਕਾ ਮਿਲਦਾ ਹੈ। ਇਹ ਹੈ ਤਿਆਰੀ ਦਾ ਅਸਲ ਸਮਾਂ। ਇਸ ਤੋਂ ਬਾਅਦ ਹਰ ਸੈਕਟਰ ਲਈ ਵੱਖ-ਵੱਖ ਕਲਿੱਕ ਡੇ ਹਨ। ਜਿੰਨੀ ਚੰਗੀ ਤਿਆਰੀ ਇਸ ਸਮੇਂ ਦੌਰਾਨ ਹੋਵੇਗੀ, ਕਲਿੱਕ ਡੇ ਤੇ ਸਫਲ ਹੋਣ ਦੀ ਸੰਭਾਵਨਾ ਓਨੀ ਹੀ ਵੱਧ ਜਾਵੇਗੀ।
ਤਾਂ ਅਖੀਰ ਵਿੱਚ ਸਾਰੀ ਕਹਾਣੀ 2 ਸ਼ਬਦਾਂ ਤੇ ਆ ਕੇ ਰੁਕ ਜਾਂਦੀ ਹੈ, ਸਪੀਡ ਤੇ ਤਿਆਰੀ। ਸਫਲਤਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਅਰਜ਼ੀ ਕਿੰਨੀ ਤੇਜ਼ੀ ਅਤੇ ਕਿੰਨੀ ਸਹੀ ਢੰਗ ਨਾਲ ਸਹੀ ਸਮੇਂ ਤੇ ਜਮ੍ਹਾਂ ਕੀਤੀ ਜਾਂਦੀ ਹੈ। ਇਹ ਪਲਾਨ ਬਹੁਤ ਵੱਡਾ ਹੈ, 3 ਸਾਲਾਂ 'ਚ ਲਗਭਗ 5 ਲੱਖ ਮੌਕੇ। ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਕੀ ਇਹ ਇਟਲੀ ਦੇ ਲੇਬਰ ਮਾਰਕੀਟ ਦੀਆਂ ਅਸਲ ਲੋੜਾਂ ਪੂਰੀਆਂ ਕਰ ਪਾਵੇਗਾ? ਇਸ ਦਾ ਜਵਾਬ ਤਾਂ ਸਾਨੂੰ ਆਉਣ ਵਾਲਾ ਸਮਾਂ ਹੀ ਦੇਵੇਗਾ, ਪਰ ਇਹ ਇੱਕ ਬਹੁਤ ਵੱਡਾ ਅਤੇ ਮਹੱਤਵਪੂਰਨ ਕਦਮ ਹੈ, ਇਸ ਵਿੱਚ ਕੋਈ ਸ਼ੱਕ ਨਹੀਂ।